ਰਿਹਾ, ਚਿੱਟੀ ਕਮੀਜ਼ ਪਾਈ ਹੋਈ ਸੀ ਉਹਨਾਂ ਨੇ ਤੇ ਜੀਨ ਪਾਈ ਹੋਈ ਸੀ ਨਾਲ, ਤੇ ਉਹਨਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦੱਸ ਰਹੇ। ਜੇ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਸਾਨੂੰ ਵੀ ਦੱਸ ਦਿਓ ਕਿ ਕੌਣ ਸ਼ਖਸੀਅਤਾਂ ਨੇ। 6444933333 ਦੇ ਉੱਤੇ ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ। ਔਰ ਇਹਨਾਂ ਦਾ ਜਿਹੜਾ ਸੁੱਖ ਨਾਲ ਵਿਹਾਰ ਹੈ ਇਸ ਗੱਲ ਦਾ ਪ੍ਰਦਰਸ਼ਨ ਕਰਦਾ ਕਿ ਆਪਣੀ ਆਵਾਜ਼ ਦੀ ਖਿਲਾਫਤ ਦਿਖਾਉਣ, ਸਹੀ ਢੰਗ ਨਾਲ ਦਰਸਾਉਣ ਵਾਲੇ ਖੇਤਰ ਦੇ ਮੁਤਲਕ ਪਿਕਸਰ ਜਿਹੜੇ ਨਵੇਂ ਬੋਰਡ ਬਣਾਏ ਗਏ ਨੇ, ਬੋਰਡ ਮੈਂਬਰ ਬਣਾਏ ਗਏ ਨੇ, ਉਹਨਾਂ ਦਾ ਕੀ ਨਜ਼ਰੀਆ ਹੈ? ਕਿਉਂ ਖਰਾਤੀ ਸੰਸਥਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਤਾਈ ਹੈ ਉਹਦੇ ਬਾਰੇ ਆਵਾਜ਼ ਉਠਾਉਣ ਵਾਲਿਆਂ ਦਾ ਜਾਂ ਪ੍ਰਭਾਵਿਤ ਲੋਕਾਂ ਦਾ ਉੱਥੇ ਆਉਣਾ ਬਣਦਾ ਹੈ। ਹਜੇ ਤਾਂ ਸਾਡੇ ਉੱਤੇ ਖੜਿਆ ਹੋਇਆ ਕਿਸ ਪ੍ਰਕਾਰ ਕੇ ਪਿਕਸ ਦੇ ਨਾਲ ਕੰਮ ਕਰ ਰਿਹਾ ਵਿਅਕਤੀ ਹੈ ਜਿਹੜਾ ਉਹਦੀ ਅਣਿਆਈ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਦੇ ਮੁਤਲਕ ਅਸੀਂ ਜਿਹੜੀ ਤਫਤੀਸ਼ ਆ ਉਹ ਜਾਰੀ ਕਰਨੀ ਹੈ, ਸ਼ੁਰੂ ਕਰਨੀ ਹੈ। ਹੁਣ ਵੀ ਆਰ ਵਰਕਿੰਗ ਔਨ ਇਟ, ਕਿਉਂਕਿ ਪਰਿਵਾਰ ਤੋਂ ਜ਼ਿਆਦਾ ਕਿਸੇ ਨੂੰ ਵੱਧ ਨਹੀਂ ਪਤਾ ਹੁੰਦਾ। ਔਰ ਪਰਿਵਾਰ ਜਿਸ ਨੂੰ ਕਿ ਅਜੇ ਤੱਕ ਜਵਾਬ ਨਹੀਂ ਮਿਲੇ, ਉਹਨਾਂ ਜਵਾਬਾਂ ਦੀ ਭਾਲ ਹੈ ਜਿਹੜੀ ਜ਼ਰੂਰ ਉਹ ਕਰ ਰਿਹਾ ਪਰਿਵਾਰ। ਅਸੀਂ ਉਹਨਾਂ ਦਾ ਸਾਥ ਦੇਵਾਂਗੇ ਔਰ ਸਾਨੂੰ ਦੇਣਾ ਚਾਹੀਦਾ, ਐਜ਼ ਐਟ ਲਾਰਜ ਕਮਿਊਨਿਟੀ ਨੂੰ ਜਵਾਬ ਦੇਣਾ ਚਾਹੀਦਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪਿਕਸ ਦੇ ਵਿੱਚ ਸ਼ਰਾਬਾਂ ਪੀਣੀਆਂ, ਬੱਕਰੇ ਖਾਣੇ ਅਤੇ ਕੀ ਕਹਿੰਦੇ ਨੇ ਬੱਕਰਾ ਪਾਰਟੀਆਂ ਦੇ ਨਾਲ ਦਾਰੂ ਪੀਣੀ, ਇਹ ਕਲਚਰ ਬਣਿਆ ਹੋਇਆ ਹੈ। ਔਰ ਇਸ ਕਲਚਰ ਦੇ ਕਿੰਨੇ ਜ਼ਿਆਦਾ ਘਿਨਾਉਣੇ ਰਿਜ਼ਲਟ ਨਿਕਲਦੇ ਆ, ਉਹਨਾਂ ਦੇ ਰਿਜ਼ਲਟਾਂ ਦੀਆਂ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਪਰ ਪਿਕਸ ਦੀ ਜਿਹੜੀ ਆ ਇਹ ਧੁਲਾਈ ਹੋਣੀ ਜ਼ਰੂਰੀ ਹੈ, ਚਾਹੇ ਬੋਰਡ ਹੈ ਤੇ ਚਾਹੇ CEO, ਚਾਹੇ ਸੰਬੰਧਿਤ ਵਿਭਾਗਾਂ ਦੇ ਮੁਖੀ ਨੇ, ਜਿਹੜੇ ਇੱਕ ਤਰੀਕੇ ਨਾਲ ਕਲਚਰ ਬਣਿਆ ਹੋਇਆ ਜੀ। ਗੱਲ ਤਾਂ ਸਿਰਫ ਇੱਥੋਂ ਸ਼ੁਰੂ ਹੋਈ ਸੀ, ਦੋ ਇੱਕ ਨੇ ਦੱਸਿਆ ਵੀ ਉੱਥੇ ਐਂ ਕਰਦੇ ਨੇ। ਅਸੀਂ ਕਿਹਾ ਵੀ ਤੁਸੀਂ ਪਿਕਸ ਤਾਂ ਮਜ਼ਦੂਰ ਕੰਮ ਕਰਨ ਵਾਲੇ ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲੀ ਸੰਸਥਾ, ਤੁਸੀਂ ਆਬਜੈਕਸ਼ਨ ਕਿਉਂ ਨਹੀਂ ਕੀਤੀ ਜੇ ਤੁਹਾਡੇ ਨਾਲ ਵਰਤਾਵਾ ਜਿਹੜਾ ਬੁਰਾ ਹੁੰਦਾ? ਉਹ ਕਹਿੰਦੇ ਹਾਂ ਜੀ ਨੌਕਰੀ ਦਾ ਸਵਾਲ ਹੈ, ਜੇ ਤੁਸੀਂ ਆਬਜੈਕਸ਼ਨ ਕਰਦੇ ਹੋ, ਕਹਿੰਦੇ ਮੈਨੂੰ ਕਹਿੰਦੇ ਐਡੇ ਐਡੇ ਪਰਚੇ ਕਹਿੰਦੇ ਮੈਮੋ ਦੇ ਲਿਖ ਕੇ ਤੁਹਾਡੇ ਮੇਜ਼ 'ਤੇ ਰੱਖਦੇ ਨੇ, 2-3 ਮਹੀਨੇ ਇੱਦਾਂ ਕਰਦੇ ਹੋ, ਅਤੇ ਉਹ ਤੋਂ ਬਾਅਦ ਤੁਹਾਡੀ ਕਹਿੰਦੇ ਨੇ ਪ੍ਰੋਜੈਕਟ ਤੁਹਾਡੇ ਵਾਲਾ ਜਿਹੜਾ ਪ੍ਰੋਜੈਕਟ ਸੀ ਉਹ ਸਮਾਪਤ ਹੋ ਗਿਆ, ਚੱਲੋ ਜੀ। I was shocked ਜਿਸ ਦਿਨ ਮੈਨੂੰ ਇਹ ਦੱਸਿਆ ਗਿਆ ਕਿ ਔਰਤਾਂ ਦੀ ਜਿਹੜੀ ਸਿਲੈਕਸ਼ਨ ਆ ਉਹਨਾਂ ਦੇ ਸਰੀਰ ਦੀਆਂ ਗਲਾਈਆਂ ਨੂੰ ਦੇਖ ਕੇ ਕੀਤੀ ਜਾਂਦੀ ਹੈ। I was shocked at that day ਕਿ ਉਹ ਸੰਸਥਾ ਜਿਸ ਦੇ ਵਿੱਚ ਹਰ ਪ੍ਰਕਾਰ ਦੀ ਮਦਦ ਹੈ ਜਿਹੜੀ ਮੁਹੱਈਆ ਕਰਾਉਣ ਦੇ ਲਈ ਇਹ ਵਚਨਬੱਧ ਆ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਲੈਣ ਤੋਂ ਬਾਅਦ, ਉੱਥੇ ਦੇ ਜਿਹੜੇ ਬਜ਼ੁਰਗ ਨੇ ਅਗਰ ਉਹ ਆਪਣੇ ਕਮਰੇ ਦੇ ਵਿੱਚ ਖਾਣਾ ਖਾਣਾ ਚਾਹੁੰਦੇ ਨੇ, $3 ਪਲੇਟ ਦੀ ਡਿਲੀਵਰੀ ਦੇ ਚਾਰਜਸ ਲਏ ਜਾਂਦੇ ਨੇ। I was shocked ਜਿਸ ਦਿਨ ਮੈਨੂੰ ਇਹ ਪਤਾ ਲੱਗਿਆ ਸੀ ਕਿ ਨਿਰਧਾਰਤ ਆਪਣੀਆਂ ਪਸੰਦੀਦਾ ਫਾਰਮੇਸੀ ਤੋਂ ਹੀ ਦਵਾਈਆਂ ਲੈਣ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ। I was shocked ਜਿਸ ਦਿਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਅਸੀਂ ਕਿਹਾ ਕਿ ਅਸੀਂ ਕੈਂਸਰ ਫਾਊਂਡੇਸ਼ਨ ਨੂੰ ਆਪਣੀ ਡੋਨੇਸ਼ਨ ਦੇਣਾ ਚਾਹੁੰਦੇ ਹਾਂ, ਤਾਂ ਉਹਨਾਂ ਦੇ ਉੱਤੇ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਪ੍ਰਭਾਵ ਪਾਇਆ ਗਿਆ, ਮੈਂਟਲ ਮੈਨੂਪੂਲੇਸ਼ਨ ਕੀਤੀ ਗਈ। ਰਹਿੰਦੇ ਤੁਸੀਂ ਪਿਕਸ ਦੇ ਵਿੱਚੋਂ ਡੋਨੇਸ਼ਨਾਂ ਤੁਸੀਂ ਕਿਤੇ ਹੋਰ ਦਿੰਦੇ ਫਿਰਦੇ ਹੋ। ਮੈਂ ਵਰਡਿੰਗ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਹਾਂ, ਲਫ਼ਜ਼ ਦਾ ਲਫ਼ਜ਼ ਤੁਹਾਡੇ ਨਾਲ ਸਾਂਝਾ ਕਰ ਸਕਦੀ ਹਾਂ ਕਿ ਹੈ ਇੰਨਾ ਕਣ ਮਰਿਆ ਹੋਇਆ ਇਹਨਾਂ ਲੋਕਾਂ ਦਾ, ਇੰਨੇ ਇਹ ਅੰਨੇ ਹੋ ਚੁੱਕੇ ਆ ਲਾਲਚ ਦੇ ਬਸ ਔਰ ਆਪਣੀਆਂ ਨੌਕਰੀਆਂ ਰੱਖਣ ਲਈ। ਹਾਂ, ਇਸ ਗੱਲ ਦਾ ਮੈਨੂੰ ਸ਼ੰਕਾ ਜ਼ਰੂਰ ਸੀ ਕਿ ਪ੍ਰੋਗਰਾਮ ਨੂੰ ਫੰਡਿੰਗ ਪੂਰੀ ਮਿਲਦੀ ਰਹੀ, ਉਹ ਕੇਸਾਂ ਦੇ ਨੰਬਰਾਂ ਦੇ ਆਧਾਰ ਦੇ ਉੱਤੇ ਆ, ਅਤੇ ਬਹੁਤ ਸਾਰੇ ਇੰਪਲਾਈਜ਼ ਨੂੰ ਇਹ ਕਿਹਾ ਜਾਂਦਾ ਇਸ ਮਹੀਨੇ ਦੇ ਵਿੱਚ ਜੇ ਤੁਸੀਂ ਇੰਨੇ ਕੇਸ ਪ੍ਰਦਾਨ ਕਰਨੇ ਹੈ, ਜੇ ਤੁਸੀਂ ਇੰਨੇ ਕੇਸ ਨਹੀਂ ਲੈ ਕੇ ਆਉਂਦੇ ਦੈਨ ਵਾਟ। I was shocked on that day ਜਿਸ ਦਿਨ ਆਪਣੇ ਆਪ ਨੂੰ ਮਜ਼ਦੂਰਾਂ 'ਤੇ ਕੰਮ ਕਰਨ ਵਾਲਿਆਂ ਦੇ ਮਦਈ ਕਹਿਣ ਵਾਲੇ, ਖੜਨ ਵਾਲੇ, ਗਰੀਬ ਲੋਕਾਂ ਦੀ ਮਦਦ ਕਰਨ ਦਾ ਦਾਅਵਾ ਕਰਨ ਵਾਲੇ ਚੁਣੇ ਹੋਏ ਨੁਮਾਇੰਦੇ ਦੀ ਧਰਮ ਪਤਨੀ ਦਾ ਇਸ ਪਿਕਸ ਦੇ ਵਿੱਚ ਕੰਮ ਕਰਨਾ ਔਰ ਉਹਨਾਂ ਦਾ ਪਹਿਲੀ ਇੰਟਰਵਿਊ ਦੇ ਵਿੱਚ ਕਹਿਣਾ ਮੈਂ ਇੰਨੇ ਬੰਦਿਆਂ ਨੂੰ ਫਾਇਰ ਕਰ ਚੁੱਕੀ ਹਾਂ, ਵੀ ਹੈਵ ਈਮੇਲ। ਉਹਨਾਂ ਵੱਲੋਂ ਇਸ ਚੀਜ਼ ਦਾ ਖੁਲਾਸਾ ਕੀਤਾ ਗਿਆ ਕਿ ਇਹ ਪਿਕਸ ਹੈ ਜਾਂ ਕਿ ਕਿਸੇ ਦੀ ਪਰਸਨਲ ਪ੍ਰੋਪਰਟੀ, ਪਰਸਨਲ ਜਾਗੀਰਦਾਰੀ। We'll be right back after a quick commercial break. अपने ड्रीम हाउस बना रहे हो या घर रेनोवेट कर रहे हो, अपने ख्वाबों को सच कीजिए HTA प्रोडक्ट्स के साथ। इटली, जर्मनी या दुनिया के हर कोने से क्वालिटी डिजाइन, लग्जरी ब्रांड नेम प्रोडक्ट्स,
बाथटब्स, जकूजी, किचन एंड बाथरूम सिंक्स, फॉसेट्स, टॉयलेट्स और बहुत कुछ। चमकते 18 कैरेट गोल्ड फॉसेट को देखकर आप हैरान रह जाओगे। HTA प्रोडक्ट्स। HTA नॉर्थ अमेरिका के बेस्ट लग्जरी शोरूम, जहां से सिर्फ डिस्प्ले नहीं लेकिन प्रोडक्ट्स को चला के भी दिखाया जाता है, यानी फुल फंक्शनिंग शोरूम। कॉर्नर ऑफ ब्रिजपोर्ट एंड सिम्पसन, रिचमंड। हाई टेक एक्रेलिक प्रोडक्ट्स, 604-231-9592। बिरयानी, गोट कढ़ाई, निहारी चिकन कढ़ाई, बारबेक्यू बीफ कबाब ਪਰ ਆਹ कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਯਾਨੀ ਖਾਓਗੇ, ਪਾਕਿਸਤਾਨ ਦੀ ਬਿਰਯਾਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 1347 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ, ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211 128th ਸਟਰੀਟ ਐਂਡ 96th ਐਵਨਿਊ 6045811900 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ। ਤੁਸੀਂ ਵੀ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553। ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊ ਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 ਸਟਰੀਟ, ਸਰੀ। For all criminal charges, call Gagan Nahal 604-527-4769. ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਆ ਰਹੇ ਹਾਂ ਕਿ AGM ਆ ਜਿਹੜੀ ਪਿਕਸ ਦੀ ਉਹ ਸੰਡੇ ਨੂੰ ਹੋਈ ਸੀ।
ਔਰ ਉਸ ਦੇ ਵਿੱਚ ਕਿਹੜੇ ਫੈਸਲੇ ਲਏ ਗਏ ਨੇ ਅਜੇ ਤੱਕ ਜਨਤਕ ਨੇ ਜਿਹੜੇ ਉਹ ਨਹੀਂ ਕੀਤੇ ਗਏ। ਪਰ ਕੁਝ ਕੁ ਗੱਲਾਂ ਦੇ ਮੁਤਾਬਕ ਇਹ ਜ਼ਰੂਰ ਪਤਾ ਲੱਗਿਆ ਹੈ ਕਿ ਨਵੇਂ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਹੋ ਚੁੱਕੀ ਹੈ। ਤੁਸੀਂ ਯੂ ਵਿਲ ਬੀ ਸਰਪ੍ਰਾਈਜ਼ ਕਿ ਨਵਾਂ ਪ੍ਰਧਾਨ ਕੌਣ ਹੈ, ਅਤੇ ਨਵੇਂ ਪ੍ਰਧਾਨ ਦੀ ਕਾਰਗੁਜ਼ਾਰੀ ਦੇ ਉੱਤੇ ਬੇਅੰਤ ਦਫਾ ਜਿਹੜੇ ਸਵਾਲ ਨੇ ਉਹ ਆਲਰੇਡੀ ਉੱਠ ਚੁੱਕੇ ਹੈ। ਜੀ ਹਾਂ, ਮਿਸਟਰ ਮੰਚ ਨਵੇਂ ਜਿਹੜੇ ਚੇਅਰ ਨੇ, ਔਰ ਇਹ ਉਹੀ ਮਿਸਟਰ ਮੰਚ ਨੇ ਜਿਨ੍ਹਾਂ ਨੇ ਵੈਨਕੂਵਰ ਆਫਿਸ ਦੇ ਵਿੱਚੋਂ ਉਹਨਾਂ ਦੀ ਸ਼ਰਾਬ ਦੀ ਲੱਤ ਕਰਕੇ ਰੁਖਸਤ ਕਰ ਦਿੱਤਾ ਗਿਆ ਸੀ, ਔਰ ਉਸ ਤੋਂ ਬਾਅਦ ਬੋਰਡ ਆਫ ਡਾਇਰੈਕਟਰ ਨੇ, ਔਰ ਅੱਜ ਕੱਲ੍ਹ ਇਹ ਪਿਕਸ ਦੇ ਚੇਅਰ ਜਿਹੜੇ ਨੇ ਬੋਰਡ ਦੇ ਚੇਅਰ ਨਿਯੁਕਤ ਕੀਤੇ ਗਏ ਨੇ। ਤੁਸੀਂ ਇਮੈਜਿਨ ਕਰ ਸਕਦੇ ਹੋ ਆਸ਼ਾ ਨਾ, ਵੇਅਰ ਆਰ ਵੀ ਹੈਡਿੰਗ ਟੂ। So Sadbir the Yar Beli. ਵੇਅਰ ਆਰ ਵੀ ਹੈਡਿੰਗ ਟੂ। ਔਰ ਕਮਿਊਨਿਟੀ ਦੇ ਵਿੱਚ ਕੋਈ ਵੀ ਨਾਮਵਰ ਜਿਹੜੀ ਵਿਅਕਤੀ ਨੇ, ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਕਮਿਊਨਿਟੀ ਨੇ ਕਿੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹੈ, ਉਹਨਾਂ ਦੀ ਗੈਰ ਹਾਜ਼ਰੀ ਹੈ। ਐਂਡ ਔਨ ਟਾਪ ਆਫ ਦੈਟ ਪਿਛਲੇ 40 ਸਾਲਾਂ ਤੋਂ ਪਿਕਸ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਸਾਡੇ ਨਾਲ ਮੁਜ਼ਾਹਰੇ ਦੇ ਵਿੱਚ ਵੀ ਸ਼ਾਮਲ ਸਨ, ਉਹਨਾਂ ਦਾ ਸਪਸ਼ਟ ਰੂਪ ਦੇ ਵਿੱਚ ਇਹ ਕਹਿਣਾ ਕਿ ਜਿਸ ਮਕਸਦ ਤੇ ਮਨਸੂਬੇ ਲਈ ਇਸ ਨੂੰ ਸੰਸਥਾ ਨੂੰ ਬਣਾਇਆ ਗਿਆ, ਹੁਣ ਇਹ ਸਿਰਫ ਔਰ ਸਿਰਫ ਉਹਦਾ ਇੱਕ ਤਰੀਕੇ ਨਾਲ ਕਹਿੰਦੇ ਨਿੱਜੀਕਰਨ ਹੀ ਹੋ ਚੁੱਕਿਆ। ਮੈਂ ਕਿਹਾ ਜੀ ਨਿੱਜੀਕਰਨ ਕਿਵੇਂ ਹੋ ਗਿਆ? ਖਰਾਤੀ ਸੰਸਥਾਵਾਂ ਦੇ ਤੌਰ ਦੇ ਉੱਤੇ ਇਹਨਾਂ ਨੂੰ ਜਿਹੜਾ ਧਨ ਰਾਸ਼ੀ ਆ ਉਹ ਤਾਂ 3 ਲੈਵਲ ਦੀਆਂ ਸਰਕਾਰਾਂ ਦਿੰਦੇ ਨੇ। ਮੈਨੂੰ ਕਹਿੰਦੇ ਸਰਕਾਰਾਂ ਦੇ ਪੈਸੇ ਦੇ ਉੱਤੇ ਨਿੱਜੀਕਰਨ ਇਸ ਤਰੀਕੇ ਨਾਲ ਹੋ ਗਿਆ ਕਿਉਂਕਿ ਕੁਝ ਕੁ ਲੋਕਾਂ ਨੇ ਆਪਣੀ ਇਹ ਰੋਜ਼ੀ ਰੋਟੀ ਦਾ ਸਬੱਬ ਬਣਾ ਲਿਆ, ਆਪਣੀ ਨੌਕਰੀ ਦਾ ਕਹਿੰਦੇ ਸਬੱਬ ਬਣਾ ਲਿਆ। ਉਹਨਾਂ ਲਈ ਇਹ ਜੌਬ ਹੈ। ਮੈਨੂੰ ਇੱਕ ਨੇ ਤਾਂ ਇਹ ਕਹਿੰਦਾ ਕਿ ਤੁਸੀਂ ਸਿਰ ਖਪਾਉਣੀ ਹੋ, ਖਪਾਈ ਜਾਵੋ। ਇਹਨਾਂ ਨੂੰ ਪਤਾ ਹੈ ਕਿ ਇੱਥੋਂ ਨਿਕਲ ਜਾਣਗੇ, ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਅਤੇ ਨਾ ਹੀ ਕਿਸੇ ਨੇ ਨੌਕਰੀ ਦੇ ਉੱਤੇ ਰੱਖਣਾ, ਮਿਨੀਮਮ ਵੇਜਸ ਦੇ ਉੱਤੇ ਵੀ ਕਹਿੰਦੇ ਕਿਉਂ ਛੱਡਣਗੇ? ਇਹਨਾਂ ਬਸ਼ਰਮ ਬਣ ਕੇ ਚੱਲਦਾ ਹੈ ਅਤੇ ਸਰਦਾ, ਅਤੇ ਅਸੀਂ ਇਹਨਾਂ ਦੀ ਇਹਨਾਂ ਕਤਾਈਆਂ ਦੇ ਵਿੱਚ ਹਿੱਸੇਦਾਰ ਕਿਉਂ ਬਣੀਏ? ਵੀ ਡੋਂਟ ਨੋ ਕਿ ਹੋਰ ਅਗਾਂਹ ਕੀ ਕੁਝ ਹੈ ਜਿਹੜਾ ਕਿ ਅਜੇ ਤੱਕ ਉਹ ਸਭ ਕਾਸੇ ਨੂੰ ਲੁਕਾਉਣ ਦੇ ਲਈ ਇੰਨੇ ਜ਼ਿਆਦਾ ਵਜਿੱਦ ਹੋਏ ਹੋਏ ਨੇ। ਸੋ ਕਈ ਲੋਕਾਂ ਦਾ ਇਹ ਕਹਿਣਾ ਕਿ ਲਓ ਜੀ ਕੀ ਫਰਕ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਆਈ ਡੋਂਟ ਐਗਰੀ ਵਿਦ ਦੈਟ। ਨਿਰਸੰਦੇਹ ਜਦੋਂ ਕੋਈ ਵੀ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਫੈਲਾਉਣ ਵਾਲਾ ਅਮਲਾ ਮਾਲਾ ਹੈ, ਲੋਕ ਨੇ, ਉਹਨਾਂ ਦੀ ਅਸਲੀ ਮਨਸ਼ਾ ਇਹੀ ਹੁੰਦੀ ਹੈ ਲੋਕਾਂ ਨੂੰ ਨਿਰਾਸ਼ ਕਰ ਦੇਣਾ, ਲੋਕਾਂ ਨੂੰ ਉਸ ਪੁਆਇੰਟ ਦੇ ਉੱਤੇ ਲੈ ਆਉਣਾ ਜਿੱਥੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਸ ਬਾਕੀ ਨਾ ਰਹੇ। ਇਹ ਉਹਨਾਂ ਦਾ ਮਨਸੂਬਾ ਹੁੰਦਾ ਔਰ ਬਹੁਤੇਰੀ ਦਫਾ ਇਸ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਆ ਲੋਕ, ਪਰ ਉਹ ਤੋਂ ਬਾਅਦ ਤਬਾਹੀ ਹੁੰਦੀ ਹੈ। ਔਰ ਉਸ ਪਤਾ ਹੁੰਦਾ ਹੈ ਕਿ ਹਾਂ ਇਹ ਜਿਹੜਾ ਘੋਣਾ ਹੈ, ਇਸ ਤਰ੍ਹਾਂ ਦੀ ਵਿਚਾਰ ਰੱਖਣ ਵਾਲੇ, ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਇੱਕ ਤਰੀਕੇ ਦੇ ਘੁਣ ਲੱਗਿਆ ਹੁੰਦਾ ਹੈ, ਔਰ ਉਹ ਘੋਣਾ ਹੈ ਜਿਹੜਾ ਉਹਨਾਂ ਦੇ ਤਬਾਹੀ ਦਾ ਸਬੱਬ ਖਾਤਮੇ ਤੱਕ ਲੈ ਕੇ ਜਾਂਦਾ ਹੈ। ਪਰ ਪ੍ਰਚਾਰ ਜਿਹੜਾ ਬਾਹਰ ਆਏ ਇਹੀ ਜਾਰੀ ਰੱਖਦੇ ਨੇ ਇਹੋ ਜਿਹੇ, ਜੀ ਅਸੀਂ ਤਾਂ ਠੀਕ ਆ ਜੀ, ਸੇਵਾ ਕਰਦੇ ਹਾਂ। ਮੈਂ ਕਿਸੇ ਨੇ ਮੈਨੂੰ ਕਿਹਾ, ਕਹਿੰਦੇ ਦੇਖੋ ਜੀ ਉਹ ਇੰਨਾ ਕੰਮ ਕਰਦੇ, ਇੰਨਾ ਸੇਵਾ ਕਰਦੇ। ਮੈਂ ਕਿਹਾ ਇਟਸ ਅ ਜੌਬ। ਕੱਲ੍ਹ ਨੂੰ ਮੈਨੂੰ ਕਹੇ ਜੀ ਅਸੀਂ ਰੇਡੀਓ ਦੇ ਉੱਤੇ ਤੁਸੀਂ ਬੈਠ ਕੇ ਜੀ ਤੁਸੀਂ ਬੜੀ ਸੇਵਾ ਕਰਦੇ ਹੋ। ਨੋ, ਆਈ ਐਮ ਨਾਟ। ਇਹ ਮੇਰੀ ਨੌਕਰੀ ਹੈ, ਮੇਰਾ ਕੰਮ ਹੈ ਇਹ ਕਿ ਜੋ ਕੁਝ ਗਲਤ ਹੋ ਰਿਹਾ ਹੈ ਉਸ ਨੂੰ ਬਾਹਰ ਲੈ ਕੇ ਆਉਣਾ, ਉਹਦੇ 'ਤੇ ਇਨਵੈਸਟੀਗੇਸ਼ਨ ਕਰਨੀ। ਦਿਸ ਇਜ਼ ਮਾਈ ਜੌਬ। ਅਗਰ ਮੈਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹੋਰ ਮਨਸੂਬਾ ਰੱਖਾਂ, ਉਹ ਕੋਤਾਹੀ ਹੈ, ਵਿਚ ਆਈ ਹੈਵ ਨੈਵਰ ਡਨ ਐਂਡ ਆਈ ਵਿਲ ਨੈਵਰ ਡੂ। ਹਾਂ, ਸਮਾਜ ਭਲਾਈ ਦੀ ਮਨਸ਼ਾ ਹਿਤ ਖੜੀ ਹੋਈ ਸੰਸਥਾ ਦੇ ਵਿੱਚ ਸਮਾਜ ਭਲਾਈ ਗਾਇਬ ਹੋ ਜਾਵੇ, ਬਾਕੀ ਸਭ ਕੁਝ ਹੋਵੇ, ਵੀ ਵਿਲ ਸਟੈਂਡ ਅਗੇਂਸਟ ਇਟ, ਵੀ ਸ਼ੁੱਡ ਸਟੈਂਡ ਅਗੇਂਸਟ ਇਟ। ਸਾਨੂੰ ਸਾਰਿਆਂ ਨੂੰ ਇਸ ਦੇ ਖਿਲਾਫ ਹੈ ਜਿਹੜਾ ਖੜਨਾ ਚਾਹੀਦਾ। ਕਿਉਂ ਨਹੀਂ ਖੜਨਾ ਚਾਹੀਦਾ? ਪਿਛਲੇ ਕੁਝ ਦਿਨ ਪਹਿਲਾਂ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਕਿਸ ਪ੍ਰਕਾਰ ਦੇ ਹਾਲਾਤ ਨੇ, ਉਹਨਾਂ ਦਾ ਉੱਥੇ ਦੇ ਡਾਕਟਰਾਂ ਨੇ ਆ ਕੇ ਖੁਲਾਸਾ ਕੀਤਾ, ਤਾਂ ਕਿ ਸਰਕਾਰ ਇਹ ਹੁਣ ਕਹਿਣਾ ਸ਼ੁਰੂ ਕਰ ਦੇਗੀ ਕਿ ਜਿਹੜੇ ਡਾਕਟਰ ਨੇ ਉਹਨਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਹੱਕ ਨਹੀਂ ਹੈ। ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਕਿ ਇਹ ਜਿਹੜੀ ਜਾਣਕਾਰੀ ਹੈ ਅੰਦਰੂਨੀ ਬਾਹਰ ਜ਼ਾਹਰ ਕਰਨ। ਰੋਂਗ। ਸੁਧਾਰ ਕਿਵੇਂ ਹੋਏਗਾ? ਪਿਕਸ ਦੇ ਵਿੱਚ ਵੀ ਜੋ ਕਾਰਗੁਜ਼ਾਰੀ ਗਲਤ ਹੋ ਰਹੀ ਹੈ ਉਸ ਦਾ ਬਾਹਰ ਆਉਣਾ ਹੀ ਨਹੀਂ, ਬਲਕਿ ਉਸ ਦੇ ਵਿੱਚ ਸੁਧਾਰ ਕਰਨਾ ਲਾਜ਼ਮੀ ਹੈ। ਅਦਰਵਾਈਜ਼ ਕਹਿੰਦੇ ਸੱਤ ਘਰ ਤਾਂ ਆਸ਼ਾ ਨਾ ਡੈਣ ਵੀ ਛੱਡ ਦਿੰਦੀ ਹੈ। ਮੈਨੂੰ ਕਿਸੇ ਦੀ ਕਈ ਗੱਲ ਬੜੀ ਮਨ ਨੂੰ ਲੱਗੀ। ਕਹਿੰਦੇ ਬੀਬੀ 7
ਤਾਂ ਘਰ ਤਾਂ ਕਹਿੰਦੇ ਡੈਣ ਵੀ ਛੱਡ ਦਿੰਦੀ ਹੈ, ਪਰ ਪਿਕਸ ਦਾ ਜਿਹੜਾ ਟੋਲਾ ਕਹਿੰਦੇ ਇਹਨਾਂ ਨੇ ਕੋਈ ਘਰ ਨਹੀਂ ਛੱਡਿਆ। I was shocked। ਫਿਰ ਉਹਨਾਂ ਨੇ ਮੈਨੂੰ ਉਂਗਲਾਂ ਤੇ ਗਣਾਇਆ। ਪਿਕਸ ਦੇ ਬਾਨੀ ਚਰਨਪਾਲ ਗਿੱਲ, ਉਹਨਾਂ ਦੇ ਆਖਰੀ ਵਕਤ ਤੋਂ ਲੈ ਕੇ ਹੁਣ ਤੱਕ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ, ਇੱਕ ਇੱਕ ਗੜਾਈ। ਕਹਿੰਦੇ ਮੈਨੂੰ ਤੂੰ ਇਹਦੇ ਵਿੱਚ ਕੁਝ ਵੀ ਦੱਸ ਦੇ ਕਿ ਸਮਾਜ ਭਲਾਈ ਹੈ, ਮੈਨੂੰ ਤਾਂ ਸਾਰਾ ਕੁਝ ਸਮਾਜ ਵਿਰੋਧੀ ਲੱਗਦਾ ਹੈ। ਜੇ ਅਸੀਂ ਇਹ ਸੋਚ ਲਈਏ ਚੱਲ ਹੋਊ ਦੇਖਾਂਗੇ, ਤਾਂ ਇਹ ਜੁੰਡੜੀ ਦੀ ਜਿਹੜੀ ਬਹੁਤਾਤ ਹੈ ਇਹ ਵੱਧਦੀ ਆ। ਵੈਸੇ ਬਜ਼ੁਰਗਾਂ ਦੀ ਕਹੀ ਹੋਈ ਗੱਲ ਮੈਨੂੰ ਭੁੱਲਦੀ ਨਹੀਂ, ਐਂਡ ਬਲੀਵ ਇਨ ਇਟ ਆਸ਼ਾ ਨਾ, ਕਹਿੰਦੇ ਪਾਪ ਦਾ ਘੜਾ ਨਾ ਚੰਗੀ ਤਰ੍ਹਾਂ ਭਰ ਕੇ ਡੁੱਲਦਾ। बिल्कुल। खैर, इस बारे में बातचीत जारी रहेगी आफ्टर क्विक कमर्शियल ब्रेक। ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC ਅਕ੍ਰੈਡਿਟਡ ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 6045030988। ਬਲੈਕ ਐਂਡ ਵਾਈਟ ਆਟੋ ਬੋਡੀ। ਕੱਲ ਸਾਰੇ ਬੜੇ ਖੁਸ਼ ਸੀ। होना क्यों नहीं खुश, पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब ਬਸ कढ़ाई। ਬਸ ਬਸ ਹੁਣ ਨਹੀਂ ਰਿਹਾ ਜਾਂਦਾ। ਬਾਰਨੀਜ਼ ਕੜਾਈ ਵਾਲਾ ਹੈ ਕਿੱਥੇ? अपने सरी पिंड ते 8140 स्ट्रीट, second location 12889 84th Avenue, Surrey। Phone number 7785654416। चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीज कढ़ाई वाला कभी नहीं भूलोगे। आप खुश, बानीज कढ़ाई वाला खुश। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345। Unit number 204-2589 Cedar Park Place, Abbotsford. Anchor Mortgage Canada. ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਪਿਕਸ ਦੀ AGM ਔਰ ਉਹਦੀ ਕਾਰਗੁਜ਼ਾਰੀ ਕੁਝ ਕੁ ਜਾਣਕਾਰੀਆਂ ਜਿਹੜੀਆਂ ਨੇ ਸਾਡੇ ਸੋਰਸਸ ਦੇ ਮੁਤਾਬਕ ਸਾਡੇ ਤੱਕ ਪਹੁੰਚੀਆਂ ਨੇ, ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਆ ਰਹੇ ਹਾਂ। ਅਤੇ ਇਹਦੇ ਨਾਲ ਦੇ ਨਾਲ ਆਪ ਸਭ ਨੂੰ ਆਗ੍ਰਹਿ ਅਤੇ ਸੁਚੇਤ ਵੀ ਕਰਦੇ ਆ ਰਹੇ ਹਾਂ ਕਿ ਅਗਾਊਂ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਹੈ। ਔਰ ਨਿਰਸੰਦੇਹ ਇਹਦੇ ਵਿੱਚ ਕਈ ਗੱਲਾਂ ਨੇ ਜਿਹੜੀਆਂ ਸਾਹਮਣੇ ਆਉਣਗੀਆਂ ਅਗਲੇ ਦਿਨਾਂ ਦੇ ਵਿੱਚ, ਹੋਰ ਵੀ ਜ਼ਿਆਦਾ ਵੱਡੀ ਪੱਧਰ ਦੇ ਉੱਤੇ ਸਾਹਮਣੇ ਆਉਣਗੀਆਂ। ਨਵੇਂ ਜਿਹੜੇ ਮੈਂਬਰ ਨੇ ਉਹ ਕਿਹੜੇ ਬਣੇ ਆ, ਹੋਰ ਜਿਹੜੀਆਂ ਪੋਜੀਸ਼ਨਸ ਨੇ ਉਹਨਾਂ ਦੇ 'ਚ ਅਪਗ੍ਰੇਡ ਅਤੇ ਡਾਊਨਗ੍ਰੇਡ ਕੀ ਹੋਇਆ,
ਔਰ ਨਾਲ ਇਹ ਵੀ ਦੇਖਣਾ ਹੋਏਗਾ ਕਿ ਵਿਚਾਰਧਾਰਾ ਵਾਲੇ ਕਿਹੜੀ ਵਿਚਾਰਧਾਰਾ ਵਾਲੇ ਨੇ ਔਰ ਉਹਨਾਂ ਦਾ ਆਪਸ ਵਿੱਚ ਹੀ ਜਿਹੜਾ ਸੰਬੰਧ ਹੈ ਉਹ ਕਿਸ ਆਧਾਰ ਦੇ ਉੱਤੇ ਹੈ। ਕਿਉਂ ਆਸ਼ਨ? बिल्कुल, आई एम क्वाइट शॉक्ड कि पिक्स इतना बड़ा नॉन प्रॉफिट ऑर्गेनाइजेशन है, इनको कोई और बोर्ड चेयर नहीं मिला कि रणबीर मंज, जिनको एक्चुअली अल्कोहलिक रीज़न देकर पिक्स से नौकरी से हटाया गया था, उन्हें बोर्ड का चेयर बना दिया गया। और जिस तरह से हम अल्कोहल की बात कर रहे हैं, करप्शन कर रहे हैं पिक्स के अंदर, हम जो देख रहे हैं कि पिक्स के अंदर हो क्या रहा है, वी हैव बीन वॉइसिंग इट आउट। और शराब की वजह से एक और स्कैंडल इनका बहुत ही जल्द हम पिक्स का लेकर आ रहे हैं, वहाँ पर बोर्ड का चेयर खुद अल्कोहलिक बैठा हुआ है। व्हाट डू यू एक्सपेक्ट फ्रॉम दिस बोर्ड? कोई इनसे कुछ बेहतरीन एक्सपेक्टेशन हो सकती है? हमने ये बात सोचा था कि पिक्स के एजीएम के बाद शायद कुछ सुधार आएगा, शायद कुछ तब्दीली होगी जिससे हम लोग उम्मीद कर सकेंगे कि चलो ठीक है। लेकिन आई एम रियली, इट्स रियली डिस्गस्टिंग टू नो कि बोर्ड में सस्पेंडेड रियल्टर बैठा है, अल्कोहलिक बैठा हुआ है, और कौन कौन बोर्ड में बैठा हुआ है, क्या क्या इनके कारगुजारी है। आई जस्ट रियली डोंट अंडरस्टैंड। क्या कोई अच्छे लोग पिक्स संस्था के साथ जुड़ना नहीं चाहते? They don't want to be a board member. They don't want to sit as a chair at the board. क्या वजह है? It's very embarrassing कि पिक्स जो एक इतना बड़ा नॉन प्रॉफिट ऑर्गेनाइजेशन है, उनका बोर्ड का चेयर और वाइस चेयर दोनों हट गए। लेकिन सस्पेंडेड रियल्टर, दागी रियल्टर, अल्कोहलिक को चेयर बना दिया गया, सस्पेंडेड रियल्टर वही बैठा हुआ है, और हम ये कहे कि पिक्स वाले शायद करप्शन हटा दें। इट्स अ लॉस्ट केस। आई डोंट थिंक कि यहाँ से कभी करप्शन हटेगा। पब्लिक को अब आवाज़ सरकार तक पहुँचानी पड़ेगी। दिस इज़ एब्सोल्युटली रॉन्ग, टोटली रॉन्ग है। लोगों को क्या बेवकूफ़ समझे हुए है ये नॉन प्रॉफिट ऑर्गेनाइजेशन ने, जो 2 मिलियन से भी ज़्यादा इनको पैसे दिया जा रहा है प्रोजेक्ट्स के लिए, सरकार के पैसे आते हैं इनके पास, और फिर लोग कहते हैं संस्था बचाना है इस तरह के लोगों को बोर्ड में बैठाकर। ये लोग बोर्ड में बैठे हुए ये संस्था बचाएंगे? ਅੱਛਾ ਨਾ, ਤੁਸੀਂ ਸੰਸਥਾ ਬਚਾਉਣ ਦੀ ਗੱਲ ਕੀਤੀ ਨਾ, ਇੱਕ ਕਾਰਡ ਪਲੇ ਕੀਤਾ ਜਾਂਦਾ ਹੈ। ਹਾਂਜੀ। ਖਾਸ ਤੌਰ ਦੇ ਉੱਤੇ ਜਿਹੜੀਆਂ ਪੁਰਾਣੀਆਂ ਇਤਿਹਾਸਕ ਜਥੇਬੰਦੀਆਂ ਹੋਣ ਜਾਂ ਸੰਸਥਾਵਾਂ ਹੋਣ, ਹਾਂਜੀ, ਨਾਲ ਦੀ ਨਾਲ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਨੂੰ ਜਦੋਂ ਗਲਤ ਹੱਥਾਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਪਹੁੰਚ ਜਾਵੇ ਤਾਂ ਉਹ ਤਬਾਹ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਇਹਦਾ ਮਤਲਬ ਵਕਤ ਸਿਰ ਲਿਆ ਹੋਇਆ ਜਿਹੜਾ ਨਾ ਲਿਆ ਹੋਇਆ ਜਿਹੜਾ ਫੈਸਲਾ ਉਹ ਤਬਾਹੀ ਵੱਲ ਨੂੰ ਲੈ ਕੇ ਜਾਂਦਾ ਹੈ। ਸੂਬਾ ਸਰਕਾਰ ਤੋਂ ਪਿਛਲੇ ਕੁਝ ਸਮੇਂ ਤੋਂ ਅਸੀਂ ਨਿਰੰਤਰ ਮੰਗ ਕਰਦੇ ਆ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਸ਼ੱਕੀ ਕਾਰਵਾਈਆਂ ਨੇ ਔਰ ਉਹਦੇ ਵਿੱਚ ਜਿਹੜੀ ਸਰਕਾਰ ਹੈ, ਸੰਬੰਧਿਤ ਜਿਹੜਾ ਮੰਤਰਾਲਾ ਬੋਰਡ ਨੂੰ ਭੰਗ ਕਰੇ ਔਰ ਵਕਤੀ ਤੌਰ ਦੇ ਉੱਤੇ ਆਪਣੇ ਹੱਥਾਂ ਦੇ ਵਿੱਚ ਪਿਕਸ ਦੀ ਕਾਰਗੁਜ਼ਾਰੀ ਲਵੇ, ਜਿਸ ਦੇ ਮੁਤਲਕ ਸੂਬਾ ਮੁੱਖ ਮੰਤਰੀ ਦੇ ਨਾਲ ਵੀ ਸਾਡੀ ਆਪ ਸਿੱਧੇ ਸਪਸ਼ਟ ਤੌਰ ਦੇ ਉੱਤੇ ਗੱਲਬਾਤ ਹੋਈ। ਮੰਤਰੀਆਂ, ਸਪੀਕਰਸ ਤੇ MLAs ਦੇ ਨਾਲ ਵੀ ਗੱਲਬਾਤ ਹੋਈ। ਇਹਨਾਂ ਨੇ ਕਿਹਾ ਜੀ KPMG ਦੀ ਜਿਹੜੀ ਅਸੀਂ ਆਡਿਟ ਹੈ ਉਹ ਹੋ ਰਿਹਾ। ਆਡਿਟ ਕੌਣ ਕਰਾ ਰਿਹਾ? KPMG ਨੂੰ ਮਟੀਰੀਅਲ ਕੌਣ ਦੇ ਰਿਹਾ? ਉਹ ਪਿਕਸ ਦੇ ਰਹੀ ਹੈ। ਸੁਭਾਵਕ ਹੈ, ਤੁਸੀਂ ਚੋਰ ਹੈ, ਜਿੱਥੋਂ ਫੜਿਆ ਜਾ ਸਕਦਾ ਉਹ ਤਾਂ ਨਹੀਂ ਪੇਪਰ ਦੇਗਾ ਕਿਸੇ ਨੂੰ ਵੀ। ਕੋਈ ਚੋਰ ਕभी चोरी करके कहेगा कि मैं चोर हूँ? ਉਹ ਤਾਂ ਸਬੂਤ ਆ ਜਿਹੜੇ ਉਹ ਨਹੀਂ ਦੇਗਾ। ਸੋ ਉਹਨਾਂ ਮੂਹਰੇ ਉਹ ਪਰੋਸਿਆ ਗਿਆ ਜਿਹੜਾ ਆਡਿਟ ਆ ਉਹ ਹੋ ਗਿਆ। ਕੀ ਮੇਰਾ ਸਵਾਲ ਇਹ ਨਾ ਸੂਬਾ ਸਰਕਾਰ ਨੂੰ ਆ, ਕੀ ਸੂਬਾ ਸਰਕਾਰ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੀ ਹੈ? ਇਸ ਗੱਲ ਦੀ ਜ਼ਿੰਮੇਵਾਰੀ ਲੈਂਦੀ ਹੈ ਕਿ ਪਿਕਸ ਵਰਗੀ ਜਿਹੜੀ ਸੰਸਥਾ ਜਿਹੜੀ ਕਿ NDP ਪਾਰਟੀ ਦੀ ਸਮਰਥਕ ਸ਼ੁਰੂ ਤੋਂ ਰਹੀ ਆ, ਦੋਵਾਂ ਦੇ ਹਮ ਖਿਆਲ ਨੇ, ਦੋਵੇਂ ਇੱਕ ਦੂਜੇ ਦੇ ਪੂਰਕ ਰਹੇ ਆ, ਉਹ ਇਹ ਸੰਸਥਾ ਗਲਤ ਹੱਥਾਂ ਦੇ ਵਿੱਚ ਆਈ ਹੋਈ ਸੰਸਥਾ ਨੂੰ ਬਚਾਉਣ ਦੇ ਲਈ ਕੀ ਕਰ ਰਹੀ ਹੈ? ਜੇ ਆਮ ਕਮਿਊਨਿਟੀ ਨੂੰ ਪਤਾ ਹੈ ਕਿ ਆ ਜਿਹੜੇ ਲੋਕ ਨੇ, ਚਾਹੇ ਬੋਰਡ 'ਚ ਬੈਠੇ ਹੋਏ ਨੇ, ਚਾਹੇ ਪ੍ਰਬੰਧਕੀ ਢਾਂਚੇ ਦੇ ਵਿੱਚ ਬੈਠੇ ਹੋਏ ਨੇ, ਇਹ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਆ, ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰ ਰਹੇ ਆ,
ਤਾਂ ਸਰਕਾਰ ਦੇ ਕੰਨਾਂ ਦੇ ਵਿੱਚ ਕੀ ਤੇਲ ਪਾਇਆ ਹੋਇਆ ਹੈ? ਮੈਂ ਮੰਨਦੀ ਹਾਂ ਕੁਝ ਕੁ ਦੀ ਇਹ ਖੁਸ਼ਫਹਿਮੀ ਹੈ, ਕੁਝ ਕੁ ਦਾ ਇਹ ਕਹਿਣਾ ਪ੍ਰਚਾਰ ਕਰਨਾ ਵੈਸੇ ਦੋਹੇ ਜਣੀਆਂ ਮਗਰ ਪਈਆਂ, ਹੋਰ ਤਾਂ ਕੋਈ ਕੁਝ ਕਹਿੰਦਾ ਨਹੀਂ। ਹਰ ਬੰਦੇ ਦਾ ਇਨਵੈਸਟੀਗੇਸ਼ਨ ਕਰਕੇ ਉਹਦੇ ਲਈ ਲਾਮਬੰਦ ਹੋਣ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਹੈ। ਕੁਝ ਅਦਾਰੇ ਨੇ ਜੋ ਸਿਰਫ ਖਬਰ ਦੇ ਤੌਰ ਤੇ ਕਹਿ ਕੇ ਅਗਾਂਹ ਤੁਰ ਜਾਂਦੇ ਆ, ਪਰ ਮੀਡੀਆ ਵੇਵਸ ਦੇ ਪਲੇਟਫਾਰਮ ਤੋਂ ਅਸੀਂ ਧੁਰ ਤੱਕ ਜਾਂਦੇ ਆ, ਧੁਰ ਤੱਕ ਜਾਂਦੇ ਆ। ਵੀ ਡੋਂਟ ਗਿਵ ਅਪ ਜਿੰਨੀ ਦੇਰ ਤੱਕ ਕੋਈ ਪੁਖਤਾ ਕਦਮ ਨੇ ਜਿਹੜੇ ਉਹ ਨਹੀਂ ਚੱਕੇ ਜਾਂਦੇ। ਮੈਂ ਮੰਨਦੀ ਹਾਂ ਜਿਨ੍ਹਾਂ ਦੇ ਆਪਣੇ ਮਫਾਦਾਂ ਨੂੰ ਸਿੱਧੇ ਤੌਰ ਦੇ ਉੱਤੇ ਠੇਸ ਲੱਗਦੀ ਹੈ ਉਹਨਾਂ ਨੂੰ ਇਹ ਸਾਡੇ ਮਗਰ ਪੈ ਗਈਆਂ। ਫਿਰ ਕਈ ਕਹਿੰਦੇ ਨੇ ਕਿਸੇ ਨੇ ਸਾਡੇ ਮਗਰ ਪਾ ਦਿੱਤੀਆਂ। ਸੁਧਾਰ ਤੁਹਾਡੇ ਆਪਣੇ ਐਕਸ਼ਨਸ ਦੇ ਵਿੱਚ ਹੈ। ਸਮਾਜ ਵਿਰੋਧੀ ਜਿਹੜੀ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਕਟੌਤੀ ਦਾ ਉਹ ਨਹੀਂ ਹੁੰਦਾ, ਬਾਕੀ ਸਭ ਕੁਝ ਹੁੰਦਾ ਹੈ। ਔਰ ਆਖਰ ਦੇ ਵਿੱਚ ਬਾਅਦ ਦੇ ਵਿੱਚ ਸਿਰ ਦੇ ਵਿੱਚ ਹੱਥ ਦੇ ਅੱਛਾ ਨਾ ਸਿਰ ਦੇ ਹੱਥਾਂ ਦੇ ਵਿੱਚ ਸਿਰ ਨੂੰ ਲੈ ਕੇ ਬੈਠ ਕੇ ਕਹਿੰਦੇ ਗਲਤੀ ਹੋ ਗਈ, ਪਰ ਸਾਨੂੰ ਕੀ ਪਤਾ ਸੀ ਗੱਲ ਇੱਥੇ ਤੱਕ ਪਹੁੰਚ ਜਾਏਗੀ। ਇਹ ਜਿਹੜੀ ਹੈਂਕੜ ਤੇ ਆਕੜ ਹੈ ਇਸ ਨੇ ਇਕਾਈ ਦੇ ਤੌਰ ਤੇ ਵੀ ਸੰਸਥਾ ਦੇ ਤੌਰ ਦੇ ਉੱਤੇ ਵੀ ਬਹੁਤ ਜ਼ਿਆਦਾ ਵੱਡਾ ਨੁਕਸਾਨ ਪਹੁੰਚਾਇਆ ਹੈ ਔਰ ਅਗਾਂਹ ਵੀ ਇਹ ਜਾਰੀ ਰਹੇਗਾ, ਕਿਉਂਕਿ ਧਾਰਨਾ ਇਹ ਬਣ ਚੁੱਕੀ ਹੈ ਕਿ ਇੱਥੇ ਦੇ ਕਾਇਦੇ ਕਾਨੂੰਨ ਨੇ ਜਿਹੜੇ ਉਹ ਬਹੁਤ ਜ਼ਿਆਦਾ ਨਰਮ ਨੇ। ਨੰਬਰ 1, ਨੰਬਰ 2 ਸਰਕਾਰ ਤੇ ਸਰਕਾਰੀ ਖਜ਼ਾਨੇ ਦੇ ਫੈਸਲੇ ਕਰਨ ਵਾਲੇ ਜਿਹੜੇ ਲੋਕ ਨੇ ਉਹ ਤੁਹਾਡੀ ਇੰਟੈਗਰਿਟੀ ਨੂੰ ਪ੍ਰਮੁੱਖ ਰੱਖਦੇ ਹੋਏ ਤੁਹਾਡੇ ਤੇ ਯਕੀਨ ਕਰਦੇ ਆ। ਤੁਹਾਨੂੰ ਮੋੜਾ ਮੋਹੀ ਜਿਹੜੇ ਮਿਲੀਅਨਸ ਆਫ ਡਾਲਰਸ, ਕੈਨ ਯੂ ਇਮੈਜਿਨ $21 ਮਿਲੀਅਨ ਦੀ ਫੰਡਿੰਗ ਅੱਖਾਂ ਅੱਡੀਆਂ ਪਈਆਂ ਨੇ। ਹਰ ਇੱਕ ਲਾਮਬੰਦ ਹੋਇਆ ਹੈ ਵੀ ਹਾਂ ਇਹਦੇ ਵਿੱਚੋਂ ਆਪਣੀ ਬੁਰਕੀ ਹੈ ਜਿਹੜਾ ਆਪਣਾ ਟੋਟਾ ਕਿਵੇਂ ਕੱਢਣਾ। ਮੈਂ ਹੈਰਾਨ ਹਾਂ ਕਿ ਭੁੱਖ ਨੰਗ ਦੇ ਵਿੱਚੋਂ ਖੇਡਦੇ ਹੋਏ ਵਿਅਕਤੀ ਵੀ ਅਗਰ ਉਹਨਾਂ ਦੇ ਅੰਦਰ ਗੈਰਤ ਆ, ਉਹ ਕਹਿੰਦੇ ਨੇ ਅਸੀਂ 10 ਨੌਹਾਂ ਦੀ ਕਮਾਈ ਖਾਣੀ ਆ ਆਪਣੀ ਮਿਹਨਤ ਦੀ। ਪਰ ਇਹ ਜਿਹੜਾ ਚੋਰਾਂ ਦਾ ਲੁੰਗ ਲਾਣਾ ਇਹ ਕਹਿੰਦਾ ਨਹੀਂ, ਰਾਤ ਨੂੰ ਸ਼ਰਾਬ ਵੀ ਹੋਵੇ, ਕਬਾਬ ਵੀ ਹੋਵੇ ਤੇ ਆਪਣੀਆਂ ਮਨਮਰਜ਼ੀਆਂ ਵੀ ਹੋਣ। ਸਰਕਾਰੀ ਖਜ਼ਾਨਾ ਬੇਵਕੂਫ ਬਣਾ ਸਕਦੀਆਂ ਸੀ, ਵਾਈ ਨਾਟ। ਇਹੋ ਜਿਹੇ ਲੋਕਾਂ ਦੀ ਸਰਕਾਰ ਨੂੰ ਯਾਦ ਰੱਖ ਲੈਣਾ ਚਾਹੀਦਾ। ਇਹੋ ਜਿਹੇ ਲੋਕਾਂ ਦਾ ਨਾ ਦੀਨ ਹੁੰਦਾ ਹੈ, ਨਾ ਇਮਾਨ ਹੁੰਦਾ ਹੈ, ਨਾ ਲਿਆਕਤ ਹੁੰਦੀ ਹੈ, ਕੁਝ ਨਹੀਂ ਹੁੰਦਾ। ਉਹਨਾਂ ਦੇ ਗਲਤ ਤੇ ਸਹੀ ਸਿਰਫ ਔਰ ਸਿਰਫ ਆਪਣੇ ਨਿੱਜ ਦੇ ਸਵਾਰਥ ਤੋਂ ਸ਼ੁਰੂ ਹੋ ਕੇ ਨਿੱਜ ਦੇ ਸਵਾਰਥ ਤੇ ਹੀ ਖਤਮ ਹੋ ਜਾਂਦੇ ਨੇ। ਸਰਕਾਰ ਜਾਂ ਸਰਕਾਰ ਦੇ ਨਾਲ ਸੰਬੰਧਿਤ ਲੋਕ ਕਦੋਂ ਇਸ ਗੱਲ ਨੂੰ ਸਮਝਣਗੇ? ਔਰ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਆਪਣੀਆਂ ਸਿਰਫ ਵੋਟਾਂ ਦੇ ਹਿਸਾਬ ਕਿਤਾਬ ਤੋਂ ਬਾਹਰ ਨਿਕਲ ਕੇ ਸਮਾਜ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਲਈ ਖਤਮ ਕਰਨ ਦੇ ਲਈ ਲਾਮਬੰਦ ਹੋਣ ਦੀ ਜ਼ਰੂਰਤ ਹੈ, वरना फिर तो निज नूं भी यही। बिल्कुल दोस्तों, जिस तरह से आप लोगों को पता है कि पिक्स के एजीएम सितंबर 10 तारीख को हुआ। चेयर और वाइस चेयर दोनों ने रिज़ाइन कर दी पिक्स के बोर्ड से, और अब सुना जा रहा है कि पिक्स के बोर्ड में के जो चेयर है वो अल्कोहलिक बोर्ड मेंबर है जिसको पिक्स ने पहले एम्प्लॉयमेंट से निकाला गया था, और अब वो बोर्ड को चेयर करेगा। और जो दागी रियल्टर सस्पेंडेड रियल्टर है वो अभी भी कैम पवार अभी भी बोर्ड में बैठा हुआ है, और सतबीर चीमा सीईओ है। सतबीर चीमा रणबीर मंज जो है उसके साथ काम भी कर चुके हैं। दे हैव बीन वर्किंग इन पैक्स फॉर सो लॉन्ग, वही उनको बोर्ड में लाकर बैठाया था। और जितने भी बोर्ड मेंबर्स हैं सारे सतबीर चीमा के इर्द गिर्द जानने पहचानने वाले लोग हैं। जिस तरह से हमने पहले भी बताया कि जो बोर्ड मेंबर्स के लिए चुनौती करने के लिए कई लोगों को इन लोगों ने कांटेक्ट किया, लेकिन लोगों ने ये कह दिया कि पहले स्पिक साफ करो फिर हम बोर्ड के मेंबर बनेंगे, नॉट बिफोर दैट। तो अब क्या पिक्स वालों के पास बोर्ड मेंबर्स नहीं है कि अल्कोहलिक एक डायरेक्टर को इन्होंने चेयर बना दिया है, और एक अल्कोहलिक डायरेक्टर चेयर है, एक सस्पेंडेड रियल्टर बोर्ड में बैठा हुआ है। हो क्या रहा है पिक्स के अंदर? कहते जी 85 या ओल्ड सीनियर जो हमारे प्रोग्राम सुनकर वहाँ पहुँची प्रोटेस्ट पर, जिन्होंने लोगों से बात भी की कि मैंने डोनेशन दी थी एक रेडियो स्टेशन पे जहाँ पर गुरु नानक डाइवर्सिटी विलेज के फंड्स इकट्ठे हो रहे थे, और इन लोगों ने मेरा जो पैसे है वो कंवल कुमन के नाम पे दे दिया। मैंने उसको नहीं दी थी फंड्स,
वो कहते नहीं जी वो पिक्स के अंदर आ गए। किस तरह से आ गए जब इस बुजुर्ग के जो क्रेडिट कार्ड स्टेटमेंट में है उसमें कंवल कुमन का नाम है? फिर कैसे यकीन कर सकते हैं कि वो पिक्स पे आ गया पैसे? हाउ डिड इट कम बैक टू पिक्स? वो कहती है मैं अपना पैसा वापस चाहती हूँ क्योंकि मेरे क्रेडिट कार्ड पे कंवल कुमन का नाम है। शी वॉज देयर एट द प्रोटेस्ट, लेकिन पिक्स। हाँ जी। ਆਸ਼ਾ ਨਾ ਤੁਹਾਡੀ ਗੱਲ ਵਿਚਕਾਰ ਹੈ, ਕਿੰਨੀ ਸ਼ਰਮ ਦੀ ਗੱਲ ਹੈ ਕਿ 85 ਸਾਲਾਂ ਦੀ ਔਰਤ ਜਿਹਨੇ ਆਪਣੀ ਡੋਨੇਸ਼ਨ ਦਿੱਤੀ ਹੈ ਉਹ ਟੈਕਸੀ ਕਰਕੇ ਇੰਨੀ ਜ਼ਿਆਦਾ ਔਖੇ ਆ ਕੇ ਉੱਥੇ ਆਏ ਔਰ ਪੂਰੇ ਸਮੇਂ ਤੱਕ ਉੱਥੇ ਬੈਠੇ ਰਹੇ। और पिक्स के डायरेक्टर्स इतने बेशरम थे कि आकर उस लेडी को जवाब नहीं दे सके। They couldn't come and answer to her. So इस तरह के जब हम हरकतें देखते हैं तो फिर हम कैसे कह सकते हैं कि ये संस्था सही काम कर रही है? और अगर संस्था सही काम कर रही है तो इनके बोर्ड ऑफ डायरेक्टर्स और सीईओ क्या कर रहे हैं? What are they doing? बिल्कुल मैं इसके हक में नहीं हूं कि पिक्स का ये संस्था बंद हो जाए, बिल्कुल नहीं इस हक में हूं, लेकिन इस हक में हूं कि यहां से करप्शन निकाले। सस्पेंडेड रियल्टर जो दागी है, जो इस तरह के काम कर रहा है, जो गंदगी फैलाया कम्युनिटी में। मुझे तो हैरानी हुई कि हमारे टॉक शो के बाद कितने लोगों ने आकर बताया। एक तो ये बताया कि हमारे फोर्सफुली हमारे घर पर सेल बोर्ड लगा दिया था इसने, और कितने इंटरेस्ट उठाए पैसे की। ये सारी बातें खुलकर जब सामने लोग आकर बताने लगे, मुझे तो शर्म से घिन हो रही है कि ऐसे भी लोग हमारे समाज में मौजूद है, और ख़ास तौर से हमारे पिक्स के डायरेक्टर्स। इट्स अ वेरी शेमफुल एक्ट। मुझे समझ में नहीं आ रहा है कि इनको आंखें नहीं नज़र आ रही है या सतवीर चीमा को पढ़ना नहीं आता है, बोर्ड ऑफ डायरेक्टर्स के बायोग्राफी नहीं पता है, इनके बारे में नहीं पता, इनके बारे में छानबीन नहीं कर रहे। रीज़न क्या हो सकता है? वी रियली डोंट नो कि सतवीर चीमा ऐसे लोगों को बोर्ड में बिठाकर रखा हुआ है। और स्क्रीन पे जो दो पिक्चर्स आप देख रहे हो, एक बंदा हाथ उंगली दिखा रहा है हमें, उसका पिक्चर है, उसका जो फेस है वो दूसरे पिक्चर में है। अगर आप लोग इन्हें पहचानते तो बताइएगा ज़रूर, क्योंकि पिक्स के ये गुंडे एजीएम मीटिंग में गए थे तब भी हमें कुछ बोल कर गए थे, जब वापस आए तो हमें उंगली दिखा के जा रहे हैं। औकात तो इनकी पता चल जाती है, ये घर में भी अपने माँ बहनों बेटियों को इसी तरह उंगली दिखाते होंगे। शर्म इनके अंदर है नहीं, बेशर्मों की काम करते हैं। ये पिक्स के गुंडागर्दी है, पिक्स की गुंडागर्दी है। मैं चाहती हूं अगर उंगली दिखाना है मुंह के सामने आकर बात करके जा, फिर देखते हैं कैसे पच दे। अगर इतनी शर्म है, अगर इतना ही आपके अंदर वो हो रहा है, उतलावा हो रहा है कि उंगली दिखाए, तो सामने आकर दिखाओ। बहुत ज्यादा गर्मी हो रही है आपके अंदर कि चलो जनानियों को उंगलियां दिखा के चले। गर्मी तुम्हारी तब टेस्ट करेंगे जब मुंह के सामने आकर उंगली दिखाकर देखो। शर्म आनी चाहिए कि इस तरह के हरकत करते हो समाज में, और वो भी पिक्स के एजीएम से निकलकर। क्या उम्मीद कर सकते हैं हम अपने समाज से जो इस तरह के लोगों को अपनी एजीएम मीटिंग में बैठाते हैं? मैं चाहूंगी हमारे पॉलिटिशियंस भी इनको देखें कि ऐसे लोग जो औरतों को उंगलियां दिखा रहे हैं, ये मर्दानगी वाली काम नहीं है। मर्द होते तो आकर सामने खड़े होकर बात करते। ये मर्दानगी वाली बात नहीं है। इतने गिरने की क्या जरूरत है? घर में भी तो माँ बेटी बहन होगी, शर्म आनी चाहिए। ਅੱਛਾ ਨਾ, ਉਂਗਲੀ ਦਿਖਾਉਣ ਤੋਂ ਬਾਅਦ ਜਦੋਂ ਉਹਨਾਂ ਵੱਲ ਨੂੰ ਪਤਾ ਲੱਗ ਗਿਆ ਨਾ ਵੀ ਇਹਨਾਂ ਨੂੰ ਪਤਾ ਲੱਗ ਗਿਆ, ਫਿਰ ਅੱਡੀਆਂ ਨੂੰ ਥੁੱਕ ਲਾ ਕੇ ਜਿਵੇਂ ਭੱਜੇ ਆ ਨਾ, ਉੱਥੋਂ ਪਤਾ ਲੱਗਦਾ ਹੈ ਕਿ ਅਸਲੀ ਹਿੰਮਤ ਕਿੰਨੀ ਕਾ। ਲੈਟਸ ਫੇਸ ਇਟ। ਉੱਤੋਂ ਨਾਲ ਇਹ ਵੀ ਗੱਲ ਆਸ਼ਾ ਨਾ, ਅਗਾਊਂ ਸਮਿਆਂ ਦੇ ਵਿੱਚ ਦੇਖਣਾ ਕੀ ਕੁਝ ਹੋਏਗਾ। ਜਿਸ ਤਰ੍ਹਾਂ ਦੇ ਹਾਲਾਤ ਇਸ ਵਕਤ ਬੋਰਡ ਆਫ ਡਾਇਰੈਕਟਰਸ ਦੇ ਹਨ, ਜਿਨ੍ਹਾਂ ਦੇ ਦੇਖਦੇ ਆ ਕਿਰਦਾਰ ਕੰਮਕਾਰ ਹੈ ਜਿਹੜਾ, ਇਹ ਜੁੰਡਲੀ ਦੇ ਵਿੱਚ ਇੰਨੀ ਜ਼ਿਆਦਾ ਹਮਖਿਆਲੀ ਅਤੇ ਪਰਪੱਕਤਾ ਲਿਆਉਣ ਦੀ ਜਿਹੜੀ ਕੋਸ਼ਿਸ਼ਾਂ ਨੇ, ਉਹ ਇੱਕ ਗੱਲ ਨਿਰਧਾਰਤ ਕਰਦੀਆਂ ਨੇ ਕਿ ਇਹਦੇ ਵਿੱਚ ਹੋਰ ਕਿਸ ਦਾ ਭਲਾ ਹੋਵੇ ਨਾ ਹੋਵੇ, ਪਿਕਸ ਦਾ ਭਲਾ ਹੈ ਨਹੀਂਗਾ।
ਪਿਕਸ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਸੰਤੁਸ਼ਟੀਜਨਕ ਜਿਹੜੀ ਸਰਵਿਸਿਜ਼ ਆ ਉਹ ਦਿਖਾਈ ਨਹੀਂ ਦਿੰਦੀ। ਕੋਈ ਵੀ ਵਿਅਕਤੀ ਅਗਰ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਦੇ ਵਿੱਚ ਕਿਸੇ ਨੂੰ ਵੀ ਕੰਪਰੋਮਾਈਜ਼ ਕਰ ਸਕਣ ਵਾਲੇ ਵਿਅਕਤੀਆਂ ਨੂੰ ਆਪਣੇ ਆਸ-ਪਾਸ ਆਲੇ ਦੁਆਲੇ ਇਕੱਠਾ ਕਰਦਾ ਹੈ, ਤਾਂ ਇੱਕ ਗੱਲ ਕਲੀਅਰ ਹੋ ਜਾਂਦੀ ਹੈ कि सज्जा धोवे खब्बे नूं, खब्बा धोवे सज्जे नूं। खैर पिक्स पर जितने भी और इन्फॉर्मेशन हम तक पहुंचेगी आप तक ज़रूर हम पहुंचाएंगे, लेकिन एक बात ज़रूर बता दूं कि पिक्स के बोर्ड में अभी भी सस्पेंडेड दागी रियल्टर कैंप पवार बैठा हुआ है। अल्कोहलिक डायरेक्टर रणबीर मंज को चेयर बना दिया गया है, और इसके अलावा और भी जो जो बातें हमें जैसे जैसे पता चलेगी आपको बताएंगे। पिक्स के जो प्रीवियस चेयर थे, वाइस चेयर थे, वो दोनों छट के चले गए। देयर इज मोर टू कम ऑन दिस स्टोरी। और स्क्रीन पे जो गुंडे नज़र आ रहे पिक्स के, अगर पहचाने जाए तो हमें ज़रूर बताइएगा। 604-449-3333। इसी के साथ मुझे दीजिएगा इजाज़त। अंटिल नेक्स्ट टाइम, गुड बाय एंड बी सेफ। ਪ੍ਰੋਗਰਾਮ ਦੇ ਵਿੱਚ ਸਮਾਂ ਤੇ ਸੋਚ ਸਾਂਝੀ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਪਰ ਜਾਣਕਾਰੀਆਂ ਸਾਡੇ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਣਾ।